पंच बार गंग जाए बार पंच प्राग नहाए। तैसा पुन एक गुर सिख को नवाएगा। भाई साहब भाई गुरदास जी ਦੀ ਕਵਿਤਾ ਦੇ ਵਿੱਚੋਂ ਇਹ ਪੰਕਤੀਆਂ ਲਿਖੀਆਂ ਹੋਈਆਂ ਹਨ। ਸਮਝਣ ਯੋਗ ਹੈ। ਦੂਸਰੇ ਗਰੁੱਪ ਦੇ ਵਿੱਚ ਵੀ ਇਹ ਪੰਕਤੀਆਂ ਪਾ ਦਿੱਤੀਆਂ ਜਾਣ ਤੋਂ ਵੀ ਪੜ੍ਹ ਸਕਦੇ ਹਨ। ਗੁਰਸਿੱਖ ਕੌਣ ਹੈ? ਪਹਿਲਾਂ ਤਾਂ ਇਹ ਸਮਝੀਏ ਆਪਾਂ। ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਬਹੁਤ ਸਾਰੇ ਉੱਚ ਜੀਵਨ ਵਾਲੇ, ਉੱਚ ਪਦਵੀ ਵਾਲੇ, ਬਹੁਤ ਹੀ ਪਿਆਰੇ ਗੁਰਸਿੱਖ ਹੋਏ ਹਨ। ਕੁਛ ਕੁ ਸਿੱਖਾਂ ਦੇ ਨਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਵੀ ਦੱਸੇ ਹੋਏ ਹਨ। ਤੇ ਉਸ ਸਮੇਂ ਸਨਾਤਨ ਧਰਮ ਦਾ ਬਹੁਤਾ ਪ੍ਰਚਾਰ ਸੀ ਤੇ ਜ਼ੋਰ ਸੀ, ਤੇ ਲੋਕ ਬ੍ਰਾਹਮਣਾਂ ਨੂੰ ਭੋਜਨ ਛਕਾਉਂਦੇ ਸਨ, ਬ੍ਰਾਹਮਣਾਂ ਦੀ ਸੇਵਾ ਕਰਦੇ ਸਨ, ਉਹਨਾਂ ਨੂੰ ਹੀ ਮਹਾਤਮਾ ਸਮਝਦੇ ਸਨ। ਕਿਉਂਕਿ ਉਸ ਸਮੇਂ ਸਿੱਖ ਬਹੁਤ ਘੱਟ ਹੁੰਦੇ ਸਨ। ਤੇ ਫਿਰ ਜਦੋਂ ਕੋਈ ਵੈਦ ਮੌਜੂਦ ਹੁੰਦਾ ਹੈ ਨਾ, ਸਤਿਗੁਰ ਪੂਰਾ ਵੈਦ ਹੈ, ਉਦੋਂ ਬਹੁਤ ਸਾਰੇ ਰੋਗੀਆਂ ਨੂੰ ਔਸ਼ਧੀ ਦੇ ਕੇ ਉਹ ਰੋਗ ਤੋਂ ਮੁਕਤ ਕਰ ਦਿੰਦਾ ਹੈ। ਪਰ ਕੋਈ ਔਸ਼ਧੀ ਲੈਣ ਨੂੰ ਤਿਆਰ ਹੋਵੇ ਤਾਂ। ਹੁਣ ਦੇਖੋ, ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਕੋਲ ਜਿਹੜੇ ਸਿੱਖ ਆਉਂਦੇ ਸਨ ਨਾ ਉਪਦੇਸ਼ ਲੈਣ ਵਾਸਤੇ, ਕਿਸੇ ਨੂੰ ਕਹਿ ਦਿੰਦੇ ਸਨ ਵੀ ਆਪਣੀਆਂ ਖੇਤਾਂ ਦੇ ਵਿੱਚ ਤੂੰ ਜ਼ਮੀਨ ਹੈ ਤੇਰੇ ਕੋਲ, ਉੱਥੇ ਤੂੰ ਇੱਕ ਛੰਨ ਬਣਾ ਲਾ, ਉੱਥੇ ਹੀ ਬੈਠ ਕੇ ਸਾਧਨਾ ਕਰਿਆ ਕਰ। ਕਿਸੇ ਨੂੰ ਕਹਿ ਦਿੰਦੇ ਸਨ ਵੀ ਘਰ ਰਹਿ ਕੇ ਤੇ ਆਏ ਗਏ ਦੀ ਤੂੰ ਸੇਵਾ ਕਰਨੀ ਹੈ, ਤੂੰ ਉੱਥੇ ਹੀ ਰੱਬ ਰੱਬ ਕਰਿਆ ਕਰ। ਕਿਸੇ ਨੂੰ ਆਪਣੇ ਕੋਲੇ ਰੱਖ ਲੈਂਦੇ, ਸੇਵਾ ਦੇ ਵਿੱਚ ਲਾ ਦਿੰਦੇ, ਕਿਉਂਕਿ ਬਿਮਾਰੀ ਅਲੱਗ ਅਲੱਗ ਹੈ ਨਾ, ਤੇ ਔਸ਼ਧੀ ਵੀ ਗੁਰੂ ਫਿਰ ਦੇਖ ਕੇ ਦਿੰਦਾ ਹੈ। ਜਿਵੇਂ ਵੈਦ ਹੈ ਨਾ, ਤੇ ਮਰੀਜ਼ ਨੂੰ ਚੈੱਕ ਕਰਕੇ ਔਸ਼ਧੀ ਦਿੰਦਾ ਹੈ, ਦਵਾਈ ਦਿੰਦਾ ਹੈ। ਇੱਦਾਂ ਹੀ ਗੁਰੂ ਦੇਖ ਲੈਂਦਾ ਹੈ ਵੀ ਮਾਨਸਿਕ ਬਿਮਾਰੀ ਕਿਹੜੀ ਹੈ ਤੇ ਕਿਹੜੀ ਔਸ਼ਧੀ ਦੇ ਨਾਲ ਇਹ ਬਿਮਾਰੀ ਦੂਰ ਹੋਵੇਗੀ। ਹੁਣ ਕਈ ਐਸੇ ਹਨ, ਉਹ ਦਵਾਈ ਖਾ ਹੀ ਨਹੀਂ ਸਕਦੇ, ਕਹਿੰਦੇ ਅਸੀਂ ਨਹੀਂ ਖਾ ਸਕਦੇ ਜੀ, ਤੁਸੀਂ ਕਿਰਪਾ ਕਰੋ। ਫਿਰ ਉਹ ਕਹਿੰਦੇ ਹਨ ਵੀ ਸਾਡੇ ਕੋਲ ਰਹਿ, ਫਿਰ ਅਸੀਂ ਖਵਾਵਾਂਗੇ ਤੈਨੂੰ ਦਵਾਈ। ਕਈ ਛੋਟੇ ਬੱਚੇ ਵਰਗੇ ਵੀ ਹੁੰਦੇ ਹਨ ਨਾ, ਉਹਨਾਂ ਨੂੰ ਫਿਰ ਫੜ ਕੇ ਖਵਾਉਣੀ ਪੈਂਦੀ, ਤਾਂ ਉਹਨਾਂ ਨੂੰ ਆਪਣੇ ਕੋਲ ਵੀ ਰੱਖ ਲੈਂਦੇ, ਸੇਵਾ ਚਲਾ ਲੈਂਦੇ। ਤੇ ਜਿਹੜੇ ਪੂਰੇ ਵੈਦ ਕੋਲ ਆਉਂਦੇ ਨਹੀਂ ਹਨ,
ਉਹ ਕਹਿੰਦੇ ਹਨ, ਲੈ ਔਸ਼ਧੀਆਂ ਤਾਂ ਸਾਰੀਆਂ ਲਿਖੀਆਂ ਹੀ ਹੋਈਆਂ ਹਨ, ਕਿੰਨੇ ਗ੍ਰੰਥਾਂ ਦੇ ਵਿੱਚ ਵੇਖੋ ਉਪਦੇਸ਼ ਹੈ। ਅਤੇ ਉਸ ਸਮੇਂ ਵੀ ਉਪਦੇਸ਼ ਤੇ ਬਹੁਤ ਲਿਖਿਆ ਹੋਇਆ ਸੀ। ਉਪਨਿਸ਼ਦਾਂ ਮੌਜੂਦ ਸਨ, ਸਿਮਰਤੀਆਂ ਮੌਜੂਦ ਸਨ, ਸਾਰੇ ਗ੍ਰੰਥ ਸਨ ਅਤੇ ਬਹੁਤ ਪਿਆਰਾ ਉਪਦੇਸ਼ ਲਿਖਿਆ ਹੋਇਆ ਹੈ। ਪਰ ਆਪਣੇ ਆਪ ਉਹਦੇ ਵਿੱਚੋਂ ਔਸ਼ਧੀ ਨਹੀਂ ਲੱਭਦੀ ਹੈ। ਪਹਿਲੀ ਗੱਲ ਤਾਂ ਇਹ ਹੈ, ਬਿਮਾਰੀ ਦਾ ਹੀ ਨਹੀਂ ਪਤਾ ਲੱਗਦਾ ਹੈ ਮਾਨਸਿਕ, ਆਪਣੇ ਆਪ ਕਿਸੇ ਨੂੰ ਕੋਈ ਮੰਨਦਾ ਹੀ ਨਹੀਂ ਹੈ ਮੈਂ ਬਿਮਾਰ ਹਾਂ ਮਾਨਸਿਕ ਤਲ 'ਤੇ। ਤੁਸੀਂ ਆਪ ਸੋਚੋ, ਅਤੇ ਮਾਨਸਿਕ ਬਿਮਾਰੀ ਦਾ ਹੀ ਨਹੀਂ ਪਤਾ ਹੈ ਕਿਸੇ ਨੂੰ, ਅਤੇ ਫਿਰ ਔਸ਼ਧੀ ਕਿਵੇਂ ਖੋਜੂਗਾ? ਅਤੇ ਆਪਣੇ ਆਪ ਗ੍ਰੰਥਾਂ ਦੇ ਵਿੱਚੋਂ ਔਸ਼ਧੀ ਖੋਜਣੀ ਬਹੁਤ ਔਖੀ ਹੈ। ਫਿਰ ਜਦੋਂ ਵੈਦ ਮੌਜੂਦ ਹੋਵੇ ਅਤੇ ਫਿਰ ਤਾਂ ਖੋਜਣ ਦੀ ਲੋੜ ਨਹੀਂ ਹੈ ਨਾ, ਪੂਰੇ ਵੈਦ ਕੋਲੋਂ ਪੁੱਛ ਲੈਣਾ ਠੀਕ ਹੈ। ਉਸ ਸਮੇਂ ਵੈਦ ਮੌਜੂਦ ਸਨ ਅਤੇ ਉਹਨਾਂ ਕੋਲ ਜਿਹੜੇ ਔਸ਼ਧੀ ਲੈਂਦੇ ਸਨ, ਉਪਦੇਸ਼ ਲੈਂਦੇ ਸਨ, ਨਾਮ ਦਾਰੂ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ, ਉਹ ਸੱਚ ਦੀ ਔਸ਼ਧੀ ਦਿੰਦੇ ਸਨ। ਅਤੇ ਜਿਹੜੇ ਔਸ਼ਧੀ ਖਾਂਦੇ ਸਨ, ਗੁਰੂ ਨਾਲ ਪਿਆਰ ਸੀ। ਇਹ ਬਾਹਰ ਤੇ ਵੈਦ ਨੂੰ ਤੁਸੀਂ ਪੈਸੇ ਦੇ ਦਿੰਦੇ ਹੋ, ਕਿਉਂਕਿ ਸਰੀਰਕ ਬਿਮਾਰੀ ਹੈ ਨਾ, ਅਤੇ ਸਰੀਰਕ ਬਿਮਾਰੀ ਦਾ ਇਲਾਜ ਕਰਨ ਵਾਲੇ ਨੂੰ ਆਪਾਂ ਪੈਸੇ ਦੇ ਦਿੰਦੇ ਹਾਂ, ਤਾਂ ਉਹਦੇ ਕੋਲ ਦਵਾਈ ਲੈ ਲੈਂਦੇ ਹਾਂ। ਪਰ ਗੁਰੂ ਵੈਸੇ ਵੈਦ ਨਹੀਂ ਹਨ। ਉੱਥੇ ਤੁਸੀਂ ਸਰੀਰਕ ਬਿਮਾਰੀ ਦੂਰ ਕਰਨ ਵਾਸਤੇ ਨਹੀਂ ਜਾ ਰਹੇ, ਉੱਥੇ ਤੁਸੀਂ ਖੁਦ ਬਿਮਾਰ ਹੋ। ਮੈਂ ਹੀ ਬਿਮਾਰੀ ਹੈ ਨਾ, ਹੋਂ ਹੀ ਤੇ ਰੋਗ ਹੈ, ਉਹਨੂੰ ਮਿਟਾਉਣਾ ਹੈ। ਤਾਂ ਉੱਥੇ ਬਹੁਤ ਆਂਤਰਿਕ ਸੰਬੰਧ ਹੁੰਦਾ ਹੈ, ਬਹੁਤ ਗਹਿਰਾ, ਤਾਂ ਉਹ ਬਿਮਾਰੀ ਦੂਰ ਹੁੰਦੀ ਹੈ, ਤਾਂ ਪਹਿਲਾਂ ਬਿਮਾਰੀ ਸਮਝ ਵਿੱਚ ਆਉਂਦੀ ਹੈ। ਗਹਿਰੇ ਪ੍ਰੇਮ ਦੇ ਵਿੱਚ ਫਿਰ ਆਦਮੀ ਉਹ ਦਵਾਈ ਖਾਣ ਨੂੰ ਵੀ ਰਾਜੀ ਹੋ ਜਾਂਦਾ ਹੈ, ਭਾਵੇਂ ਕਿੰਨੀ ਵੀ ਕੌੜੀ ਹੋਵੇ, ਪ੍ਰੇਮ ਹੈ ਨਾ। ਫਿਰ ਐਸੇ ਗੁਰਸਿੱਖ ਜਿਹੜੇ ਹੋਏ ਹਨ ਉਸ ਸਮੇਂ ਬਹੁਤ ਸਨ, ਜਿਵੇਂ ਭਾਈ ਮੰਝ ਜੀ ਹਨ, ਬਾਬਾ ਬੁੱਢਾ ਜੀ, ਇੱਕ ਭਾਈ ਭਿਖਾਰੀ ਜੀ ਹੋਏ ਹਨ, ਜਿਨ੍ਹਾਂ ਦੀ ਇੱਕ ਜੀਵਨ ਦੀ ਘਟਨਾ ਬਹੁਤ ਪ੍ਰਚਲਿਤ ਹੈ, ਪੜ੍ਹੀ ਜਾਂਦੀ ਹੈ, ਸੁਣੀ ਵੀ ਜਾਂਦੀ ਹੈ, ਪਰ ਸਮਝੀ ਨਹੀਂ ਜਾਂਦੀ। ਉਹਨੂੰ ਆਪਾਂ ਥੋੜ੍ਹਾ ਸਮਝੀਏ ਅਤੇ ਆਪਾਂ ਨੂੰ ਖਿਆਲ ਵਿੱਚ ਆ ਸਕਦਾ ਹੈ ਵੀ ਗੁਰਸਿੱਖ ਕੈਸਾ ਹੋਣਾ ਚਾਹੀਦਾ ਹੈ। ਕਹਿੰਦੇ ਇੱਕ ਗੁਰਸਿੱਖ ਗੁਰੂ ਅਰਜਨ ਦੇਵ ਜੀ ਨੂੰ ਪੁੱਛਦਾ ਹੈ ਵੀ ਜਿਹੜੇ ਭਾਣੇ ਦੀ ਤੁਸੀਂ ਗੱਲ ਕਰਦੇ ਹੋ, ਰਜਾ ਦੀ ਗੱਲ ਕਰਦੇ ਹੋ, ਐਸੇ ਰਜਾ ਮੰਨਣ ਵਾਲਾ, ਭਾਣਾ ਮੰਨਣ ਵਾਲਾ ਕੋਈ ਪੂਰਨ ਗੁਰਸਿੱਖ ਹੈ ਤੁਹਾਡਾ? ਅਗਰ ਹੈ ਤਾਂ ਮੈਨੂੰ ਦਰਸ਼ਨ ਕਰਵਾਓ। ਉਹਨਾਂ ਨੇ ਕਿਹਾ, ਬਸ ਠੀਕ ਹੈ, ਇੱਕ ਸਾਡਾ ਪਿਆਰਾ ਗੁਰਸਿੱਖ ਹੈ ਭਾਈ ਭਿਖਾਰੀ, ਤੁਹਾਨੂੰ ਪਰਚੀ ਲਿਖ ਕੇ ਦੇ ਦਿੱਤੀ, ਐਡਰੈਸ ਲਿਖ ਦਿੱਤਾ ਵੀ ਜਾਓ ਉਸ ਗੁਰਸਿੱਖ ਕੋ ਚਲੇ ਜਾ ਅਤੇ ਸੰਦੇਸ਼ ਸਾਡਾ ਦੇ ਦੇਵੀਂ। ਉਹਦੇ ਕੋਲ ਰਹਿ ਕੇ ਦੇਖ ਲਵੀਂ ਵੀ ਸਾਡਾ ਗੁਰਸਿੱਖ ਕੈਸਾ ਹੁੰਦਾ ਹੈ। ਉਹ ਜਦੋਂ ਭਾਈ ਭਿਖਾਰੀ ਜੀ ਕੋਲ ਪਹੁੰਚਿਆ, ਪਤਾ ਲੱਗਾ ਵੀ ਉਹਨਾਂ ਦੇ ਲੜਕੇ ਦਾ ਵਿਆਹ ਹੈ, ਸ਼ਾਦੀ, ਅਤੇ ਤਿਆਰੀਆਂ ਵਿਆਰੀਆਂ ਹੋ ਰਹੀਆਂ ਸਨ, ਰਿਸ਼ਤੇਦਾਰ ਆ ਰਹੇ ਸਨ, ਖੁਸ਼ੀ ਦਾ ਮਾਹੌਲ। ਕਿਸੇ ਨੂੰ ਪੁੱਛਿਆ, ਉਹ ਨਾਲ ਲੈ ਕੇ ਭਾਈ ਭਿਖਾਰੀ ਜੀ ਕੋਲ ਪਹੁੰਚਿਆ, ਜਾਂ ਉਸ ਗੁਰਸਿੱਖ ਨੇ ਦੇਖਿਆ ਅਤੇ ਥੋੜ੍ਹਾ ਜਿਹਾ ਹੈਰਾਨ ਵੀ ਹੋਇਆ
ਵੀ ਭਾਈ ਭਿਖਾਰੀ ਜੀ ਇੱਕ ਤੱਪੜ ਸੀ ਰਹੇ ਸਨ। ਜਿਵੇਂ ਥੱਲੇ ਬੈਠਣ ਵਾਸਤੇ ਇੱਕ ਸਾਫ ਨਹੀਂ ਹੁੰਦੀ, ਉਹ ਉਦੋਂ ਵਿਛਾਈ ਜਾਂਦੀ ਹੈ ਜਦੋਂ ਕੋਈ ਮਰ ਜਾਵੇ, ਵੀ ਥੱਲੇ ਇੱਕ ਤੱਪੜ ਜਿਹਾ ਵਿਛਾ ਕੇ ਉੱਤੇ ਸਾਰਿਆਂ ਨੇ ਬੈਠ ਕੇ ਅਫਸੋਸ ਕਰਨਾ ਹੈ। ਅਗਰ ਕੋਈ ਬਾਈ ਚਾਂਸ ਆ ਵੀ ਜਾਵੇ ਤਾਂ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਇੱਥੇ ਅਫਸੋਸ ਚੱਲ ਰਿਹਾ ਹੈ, ਵੀ ਥੱਲੇ ਬੈਠੇ ਹੋਏ ਲੋਕ, ਕੋਈ ਮਰ ਗਿਆ, ਪਰ ਉਹਦੇ ਚਿਹਰੇ 'ਤੇ ਰੌਣਕ ਹੈ। ਅਤੇ ਆਪਣਾ ਕੰਮ ਕਰਦਾ ਕਰਦੇ ਹੀ ਉਹਨੇ ਗੱਲਬਾਤ ਕੀਤੀ, ਹਾਲ ਚਾਲ ਪੁੱਛਿਆ, ਜਲ ਪਾਣੀ ਛਕਾਇਆ। ਅਗਲੇ ਦਿਨ ਭਾਈ ਭਿਖਾਰੀ ਜੀ ਦੇ ਲੜਕੇ ਦੀ ਸ਼ਾਦੀ ਸੀ। ਸ਼ਾਦੀ ਕਰਕੇ ਬੜੀਆਂ ਖੁਸ਼ੀਆਂ ਦੇ ਨਾਲ ਵਾਪਸ ਆਏ। ਅਤੇ ਰਾਤ ਨੂੰ ਕਹਿੰਦੇ ਹਨ ਵੀ ਭਾਈ ਭਿਖਾਰੀ ਜੀ ਦਾ ਲੜਕਾ ਚੜ੍ਹਾਈ ਕਰ ਗਿਆ, ਸਰੀਰ ਛੱਡ ਗਿਆ। ਅਗਲੇ ਦਿਨ ਉਹ ਜਿਹੜਾ ਤੱਪੜ ਉਹਨਾਂ ਨੇ ਬਣਾਇਆ ਸੀ, ਉਹ ਥੱਲੇ ਵਿਛਾ ਦਿੱਤਾ, ਅਤੇ ਜਿਹੜੇ ਲੋਕ ਆਏ ਹੋਏ ਸਨ ਉਹ ਸਾਰੇ ਤੱਪੜ 'ਤੇ ਬੈਠ ਗਏ। ਲੜਕੇ ਦੀ ਅੰਤਮ ਸੰਸਕਾਰ ਕੀਤਾ, ਅਤੇ ਉਹ ਸਿੱਖ ਜਿਹੜਾ ਗਿਆ ਹੈ ਭਾਈ ਭਿਖਾਰੀ ਕੋਲ, ਬੜਾ ਬੇਚੈਨ ਜਿਹਾ ਹੈ। ਉਹਦੇ ਅੰਦਰ ਕਈ ਸਵਾਲ ਉੱਠ ਰਹੇ ਹਨ, ਪਰ ਮੌਕਾ ਨਹੀਂ ਮਿਲਦਾ ਹੈ ਪੁੱਛਣ ਦਾ। ਲੋਕ ਆਉਂਦੇ ਜਾਂਦੇ ਹਨ, ਅਫਸੋਸ ਹੋ ਰਿਹਾ ਹੈ। ਰਾਤ ਨੂੰ ਹਨੇਰੇ ਹੋਏ ਉਹਨੇ ਮੌਕਾ ਦੇਖਿਆ ਅਤੇ ਭਾਈ ਭਿਖਾਰੀ ਕੋਲ ਬੈਠ ਕੇ ਕਹਿੰਦਾ, ਭਾਈ ਸਾਹਿਬ ਜੀ, ਮੈਨੂੰ ਬਹੁਤ ਸਾਰੇ ਸ਼ੰਕੇ ਹਨ, ਤੁਸੀਂ ਨਿਵਰਤ ਕਰ ਸਕਦੇ ਹੋ। ਮੈਂ ਸੁਣਿਆ ਹੈ ਵੀ ਤੁਹਾਨੂੰ ਪਤਾ ਸੀ ਵੀ ਤੁਹਾਡੇ ਲੜਕੇ ਨੇ ਚੜ੍ਹਾਈ ਕਰ ਜਾਣਾ ਹੈ, ਵੀ ਕਿਸੇ ਵੈਦ ਨੇ ਦੱਸਿਆ ਸੀ ਤੁਹਾਨੂੰ ਵੀ ਇਹਦੀ ਬਿਮਾਰੀ ਕੁਛ ਐਸੀ ਹੈ ਵੀ ਜਵਾਨੀ ਦੇ ਵਿੱਚ ਹੀ ਚੜ੍ਹਾਈ ਕਰ ਸਕਦਾ ਹੈ, ਕੁਛ ਬਿਮਾਰੀ ਬਹੁਤ ਗੰਭੀਰ ਹੈ। ਅਤੇ ਤੁਹਾਨੂੰ ਪਤਾ ਹੀ ਸੀ ਵੀ ਬਿਮਾਰੀ ਹੈ, ਉਹਨੇ ਚੜ੍ਹਾਈ ਕਰ ਹੀ ਜਾਣਾ ਹੈ। ਫਿਰ ਵਿਆਹ ਕਰਨਾ ਕਿਉਂ ਸੀ ਉਹਦਾ? ਸ਼ਾਦੀ ਕਿਉਂ ਕਰਨੀ ਸੀ? ਫਿਰ ਜੇ ਸ਼ਾਦੀ ਕਰਨੀ ਸੀ, ਚਾਅ ਸੀ ਬਹੁਤਾ, ਅਤੇ ਗੁਰੂ ਸਾਹਿਬ ਜੀ ਕੋਲੋਂ ਅਰਦਾਸ ਕਰਦੇ, ਉਹ ਉਮਰ ਵਧਾ ਦਿੰਦੇ। ਭਾਈ ਭਿਖਾਰੀ ਜੀ ਹੱਸ ਪਏ, ਕਹਿੰਦੇ ਆਪਣੇ ਪਿਆਰੇ ਸਤਿਗੁਰੂ ਕੋਲੋਂ ਝੂਠ ਮੰਗਣਾ ਹੈ? ਇਹ ਮੈਂ ਆਪਣੇ ਬੱਚੇ ਦੀ ਉਮਰ ਵਧਾ ਵੀ ਲੈਂਦਾ, ਮੰਗ ਲੈਂਦਾ, ਅਤੇ ਮਰਦੇ ਨੇ ਫਿਰ ਵੀ ਜਾਣਾ, ਇਹਨੇ ਕਿਹੜਾ ਸਦਾ ਰਹਿਣਾ। ਅਤੇ ਗੁਰੂ ਕੋਲੋਂ ਝੂਠ ਥੋੜ੍ਹੀ ਮੰਗਣਾ ਹੈ, ਸੱਚ ਮੰਗੀ। ਗੁਰੂ ਸੱਚ ਦਿੰਦਾ ਹੈ। ਕਿਨਹੀ ਬਣਜਿਆ ਕੰਸ਼ੀ ਤਾਂਬਾ, ਕਿਨਹੀ ਲੋਮ ਛੁਪਾਰੀ, ਸੰਤੋਖ ਬਣਜਿਆ ਨਾਮ ਗੋਬਿੰਦ ਕਾ, ਨਿਭੀ ਖੇਤ ਹਮਾਰੀ। ਹਰ ਕੇ ਨਾਮ ਕੇ ਵਿਆਪਾਰੀ। ਉਹ ਤੇ ਹਰੀ ਦੇ ਨਾਮ ਦਾ ਵਪਾਰ ਕਰਦੇ ਹਨ, ਸੱਚ ਦਾ ਵਪਾਰ ਕਰਦੇ ਹਨ, ਸੱਚ ਦਿੰਦੇ ਹਨ। ਤਾਂ ਉਹਨਾਂ ਕੋਲੋਂ ਸੱਚ ਮੰਗਣਾ ਚਾਹੀਦਾ, ਝੂਠੇ ਪਦਾਰਥ ਮੰਗਣੇ। ਫਿਰ ਦੂਸਰੀ ਗੱਲ ਇਹ ਵੀ ਹੈ, ਝੂਠ ਮੰਗਣਾ ਪੈਂਦਾ ਹੈ ਅਤੇ ਸੱਚ ਨੂੰ ਮੰਗਣਾ ਨਹੀਂ ਪੈਂਦਾ, ਸੱਚ ਮਿਲਦਾ ਹੈ। ਇਹ ਬਹੁਤ ਹੀ ਗਹਿਰਾਈ ਦੇ ਤਲ 'ਤੇ ਸਮਝਣ ਯੋਗ ਹੈ। ਝੂਠ ਨੂੰ ਮੰਗਣਾ ਪੈਂਦਾ ਹੈ, ਕਿਉਂਕਿ ਝੂਠ ਆਪਣਾ ਸੁਭਾਅ ਨਹੀਂ ਹੈ ਨਾ, ਉਹਨੂੰ ਮੰਗਣਾ ਪੈਂਦਾ ਹੈ। ਅਤੇ ਸੱਚ ਮਿਲਦਾ ਹੈ, ਸੱਚ ਦੀ ਪਿਆਸ ਹੋਈ ਨਾ, ਅਤੇ ਗੁਰੂ ਤੁਹਾਨੂੰ ਸੱਚ ਦਿੰਦਾ ਹੈ। ਸੱਚ ਤੁਹਾਡੇ ਕੋਲ ਆਉਂਦਾ ਹੈ,
ਪਿਆਸ ਹੋਣੀ ਚਾਹੀਦੀ ਹੈ। ਕਈ ਕਹਿੰਦੇ ਹਨ ਪਿਆਸ ਹੈ ਤੇ ਰੱਬ ਨਹੀਂ ਮਿਲਦਾ। ਨਹੀਂ, ਐਸਾ ਨਹੀਂ ਹੈ। ਪਿਆਸ ਹੋਵੇਗੀ ਨਾ ਤੇ ਸੱਚ ਤੁਹਾਡੇ ਕੋਲ ਆਵੇਗਾ। ਝੂਠ ਮੰਗਣ ਜਾਣਾ ਪੈਂਦਾ ਹੈ। ਆ ਜਿਹੜੇ ਧਾਰਮਿਕ ਸਥਾਨਾਂ 'ਤੇ ਜਾ ਰਹੇ ਨੇ ਲੋਕ ਝੂਠ ਮੰਗਣ ਵਾਸਤੇ, ਪਰ ਝੂਠ ਗੁਰੂ ਦੇ ਨਹੀਂ ਸਕਦਾ, ਕਿਉਂਕਿ ਉੱਥੇ ਸੱਚ ਦਾ ਵਪਾਰ ਚੱਲ ਰਿਹਾ ਹੈ। ਗੁਰੂ ਝੂਠ ਕਿਵੇਂ ਦੇਵੇ, ਇਹ ਵੀ ਤਾਂ ਸੋਚੋ ਤੁਸੀਂ। ਤੇ ਭਾਈ ਭਿਖਾਰੀ ਜੀ ਕਹਿੰਦੇ ਵੀ ਝੂਠ ਕਿਉਂ ਮੰਗਣਾ ਹੈ। ਤੇ ਸੱਚ ਤੁਹਾਡਾ ਸੁਭਾਵ ਹੈ, ਸੱਚ ਤੁਹਾਡੇ ਅੰਦਰ ਹੈ, ਝੂਠ ਬਾਹਰ ਹੈ। ਤੇ ਸੱਚ ਦੀ ਜਦੋਂ ਪਿਆਸ ਹੋਈ ਨਾ, ਤੁਹਾਨੂੰ ਅੰਦਰੋਂ ਤੜਪ ਹੋਈ, ਤੇ ਫਿਰ ਸੱਚ ਜਿਹੜਾ ਹੈ ਨਾ ਉਹ ਤੁਹਾਡੇ ਕੋਲ ਆਉਂਦਾ ਹੈ। ਤੁਸੀਂ ਆਕਰਸ਼ਿਤ ਹੁੰਦੇ ਹੋ ਸੱਚ ਕੋਲ। ਫਿਰ ਸੱਚ ਤੁਹਾਨੂੰ ਝੂਠ ਤੋਂ ਛੁਡਾਉਂਦਾ ਹੈ। ਜਦੋਂ ਆਕਰਸ਼ਿਤ ਹੋਵੋਗੇ ਨਾ ਸੱਚ ਤੋਂ, ਫਿਰ ਝੂਠ ਤੋਂ ਤੁਸੀਂ ਛੁੱਟੋਗੇ। ਤੇ ਸੱਚ ਤੋਂ ਤੁਸੀਂ ਆਏ ਹੋ। ਜਿਵੇਂ ਆ ਪਿੱਛੇ ਕਿਸੇ ਨੇ ਸਵਾਲ ਲਿਖਿਆ ਹੋਇਆ ਹੈ ਨਾ, ਬੀਜ ਮੰਤਰ ਸਰਬ ਕੋ ਗਿਆਨ, ਚੌਹ ਵਰਨਾ ਮੇਂ ਜਪੇ ਕੋ ਨਾਮ। ਕਹਿੰਦੇ ਬੀਜ ਮੰਤਰ ਜਿਹੜਾ ਹੈ ਨਾ, ਮੁੱਢਲਾ ਉਪਦੇਸ਼, ਉਹ ਸਾਰਿਆਂ ਨੂੰ ਪਤਾ ਹੈ। ਕਿਉਂ ਪਤਾ ਹੈ? ਕਿਉਂਕਿ ਉੱਥੋਂ ਤੁਸੀਂ ਆਏ ਹੋ। ਜਿਵੇਂ ਇੱਕ ਬੀਜ ਹੈ, ਉਹਨੂੰ ਧਰਤੀ ਦੇ ਵਿੱਚ ਬੀਜ ਦੀਏ, ਉਹ ਦਰਖਤ ਹੋ ਜਾਂਦਾ ਹੈ। ਦਰਖਤ ਤੋਂ ਬਾਅਦ ਫਲ ਲੱਗਦਾ ਹੈ, ਫਲ ਦੇ ਵਿੱਚ ਫਿਰ ਬੀਜ, ਫਿਰ ਉਹੋ ਹੀ ਬੀਜ ਹੋ ਜਾਂਦਾ। ਇਵੇਂ ਹੀ ਜਿੱਥੋਂ ਤੁਸੀਂ ਆਏ ਹੋ, ਜਿਹੜੇ ਦਰਵਾਜ਼ੇ ਤੋਂ ਤੁਸੀਂ ਆਏ ਹੋ, ਜਿਹੜੇ ਬੀਜ ਤੋਂ ਤੁਸੀਂ ਪੈਦਾ ਹੋਏ ਹੋ ਸੰਸਾਰ ਦੇ ਵਿੱਚ, ਉਹਨੂੰ ਤੁਸੀਂ ਜਾਣਦੇ ਹੋ, ਪਤਾ ਹੈ ਤੁਹਾਨੂੰ। ਇਸੇ ਕਰਕੇ ਤੇ ਕਿਹਾ ਜਾਂਦਾ ਹੈ ਪਰਮਾਤਮਾ ਨੂੰ ਯਾਦ ਕਰੋ, ਚੇਤੇ ਕਰੋ। ਤੁਸੀਂ ਇਹ ਗੱਲ ਦਾ ਕਦੇ ਖਿਆਲ ਕੀਤਾ? ਚੇਤੇ ਤਾਂ ਉਹਨੂੰ ਕੀਤਾ ਜਾਂਦਾ ਹੈ ਜਿਹੜਾ ਭੁਲਾ ਦਿੱਤਾ ਜਾਵੇ, ਜਿਹੜਾ ਭੁੱਲਿਆ ਹੋਇਆ। ਤੁਸੀਂ ਕਹਿੰਦੇ ਨਹੀਂ ਹੋ ਵੀ ਉਹ ਫਲਾਨਾ ਇੱਕ ਬੰਦਾ ਹੁੰਦਾ ਸੀ, ਉਹਨੂੰ ਚੇਤੇ ਕਰੋ, ਯਾਦ ਕਰੋ। ਚੇਤੇ ਤਾਂ ਉਹਨੂੰ ਕੀਤਾ ਜਾਂਦਾ ਹੈ ਜਿਹੜਾ ਭੁੱਲਿਆ ਹੁੰਦਾ ਹੈ। ਇਹਦਾ ਭਾਵ ਇਹ ਹੈ ਪਹਿਲਾਂ ਤੁਹਾਨੂੰ ਚੇਤੇ ਸੀ ਪਰਮਾਤਮਾ, ਭੁੱਲ ਗਿਆ, ਫਿਰ ਕਿਹਾ ਜਾਂਦਾ ਹੈ ਤੂੰ ਚੇਤੇ ਕਰੋ, ਯਾਦ ਕਰੋ। ਉਹਦੀ ਯਾਦ ਤਾਂ ਤੁਹਾਡੇ ਅੰਦਰ ਹੈ ਹੀ। ਤੁਸੀਂ ਉੱਥੋਂ ਤੇ ਆਏ ਹੀ ਹੋਏ ਹੋ, ਸੱਚ ਤੋਂ ਹੀ ਆਇਆ ਹੈ ਹਰ ਇੱਕ ਕੋਈ। ਤਾਂ ਉਸ ਦਰਵਾਜ਼ੇ ਦਾ ਤਾਂ ਪਤਾ ਹੀ ਹੈ ਤੁਹਾਨੂੰ, ਜਿੱਤ ਦੁਆਰੇ ਉੱਭਰੇ ਤਿੱਤੇ ਲਿਹੋ ਬਾਰ। ਜਿਹੜੇ ਦਰਵਾਜ਼ੇ ਤੁਸੀਂ ਆਏ ਹੋ, ਜਦੋਂ ਉੱਥੇ ਪਹੁੰਚੋਗੇ ਦੁਬਾਰਾ ਤੁਹਾਨੂੰ ਪਤਾ ਨਾ ਲੱਗੂਗਾ ਵੀ ਇਹੋ ਦਰਵਾਜ਼ੇ ਥਾਣੀ ਆਏ ਸੀ। ਕਈ ਪੁੱਛਦੇ ਵੀ ਹਨ ਵੀ ਪਰਮਾਤਮਾ ਜਦੋਂ ਮਿਲ ਗਿਆ ਪਤਾ ਕਿਵੇਂ ਲੱਗੂ? ਮੈਂ ਕਿਹਾ ਆਪਣੇ ਘਰ ਦਾ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਹੈ ਨਾ, ਜਦੋਂ ਤੁਸੀਂ ਘਰ ਪਹੁੰਚਦੇ ਹੋ ਵੀ ਆਪਣਾ ਹੀ ਘਰ ਹੈ। ਇੱਦਾਂ ਹੀ ਪਰਮਾਤਮਾ ਦਾ ਘਰ ਤੁਹਾਡਾ ਘਰ ਹੈ, ਤੁਹਾਡਾ ਆਪਣਾ ਘਰ ਹੈ। ਜਦੋਂ ਤੁਸੀਂ ਉੱਥੇ ਪਹੁੰਚੇ ਨਾ ਤੁਹਾਨੂੰ ਉਸੇ ਵੇਲੇ ਪਤਾ ਲੱਗ ਜਾਣਾ ਇਹੋ ਹੀ, ਇਹ ਤਾਂ ਪਹਿਲਾਂ ਵੀ ਮੈਂ ਇੱਥੇ ਹੀ ਸੀ, ਇੱਥੋਂ ਹੀ ਤਾਂ ਮੈਂ ਗਿਆ ਸੀ ਸੰਸਾਰ ਦੇ ਵਿੱਚ, ਅਤੇ ਸੰਸਾਰ 'ਚ ਉਲਝ ਗਿਆ ਸੀ। ਅਤੇ ਕਿਸੇ ਨੇ ਕਿਰਪਾ ਕੀਤੀ, ਮਿਹਰ ਕੀਤੀ, ਬਖਸ਼ਿਸ਼ ਹੋਈ ਕਿਸੇ ਵੈਦ ਦੀ, ਉਹਨੇ ਔਸ਼ਧੀ ਦਿੱਤੀ ਸਾਨੂੰ ਅਤੇ ਝੂਠ ਤੋਂ ਛੁਡਾ ਦਿਆ। ਅਤੇ ਫਿਰ ਅਸੀਂ ਉੱਥੇ ਹੀ ਆ ਗਏ, ਉੱਥੇ ਹੀ ਆ ਗਏ ਫਿਰ ਜਿੱਥੋਂ ਗਏ ਸੀ। ਜਿਵੇਂ ਨਾ ਬੱਚਾ ਕਹਿੰਦੇ ਪੈਦਾ ਹੋਇਆ ਨਿਰਦੋਸ਼, ਬਿਲਕੁਲ ਕੋਈ ਵਾਸ਼ਨਾ ਨਹੀਂ, ਕੋਈ ਆਕਾਂਸ਼ਾ ਨਹੀਂ, ਕੋਈ ਚਾਹਤ ਨਹੀਂ, ਕੋਈ ਤ੍ਰਿਸ਼ਨਾ ਨਹੀਂ। ਫਿਰ ਸੰਸਾਰ ਦੀ ਦੌੜ ਸ਼ੁਰੂ ਹੋਈ, ਸੰਸਾਰ ਦੇ ਵਿੱਚ ਯਾਤਰਾ ਹੋਈ,
ਫਿਰ ਚੱਲ ਪਿਆ ਮਨ। ਫਿਰ 35-40 ਸਾਲ ਤੱਕ ਚੜਾ ਰਹਿੰਦਾ ਹੈ ਸਰੀਰ ਦਾ। ਫਿਰ ਉਤਾਰ ਸ਼ੁਰੂ ਹੋ ਜਾਂਦਾ ਹੈ ਬੁਢੇਪੇ ਵੱਲ। ਫਿਰ ਜਿਹੜਾ ਉਤਾਰ ਵੇਲੇ ਨਾ, ਜਿਵੇਂ ਸਰੀਰ ਆਪਣੀ ਪ੍ਰਕਿਰਿਆ ਕਰ ਦਿੰਦਾ ਹੈ ਸ਼ੁਰੂ ਛੱਡਣ ਦੀ। ਉਤਾਰ ਦਾ ਭਾਵ ਵੀ ਸਰੀਰ ਹੁਣ ਮੌਤ ਵੱਲ ਨੂੰ ਚੱਲ ਪਿਆ। ਹੁਣ ਨਾ ਵੱਧ ਰਿਹਾ ਹੈ ਨਾ ਫੁੱਲ ਰਿਹਾ ਹੈ, ਨਹੀਂ, ਹੁਣ ਥੱਲੇ ਨੂੰ ਜਾ ਲਿਆ ਮੌਤ ਵੱਲ, ਬੁਢੇਪਾ ਸ਼ੁਰੂ ਹੋ ਗਿਆ। ਇਵੇਂ ਹੀ ਮਨ ਵੀ ਸੰਸਾਰ ਵਿੱਚੋਂ ਨਿਰਲੇਪ ਹੋਣਾ ਸ਼ੁਰੂ ਹੋ ਜਾਵੇ। ਉਸ ਤੋਂ ਬਾਅਦ ਜਿਵੇਂ ਜਿਵੇਂ ਆਦਮੀ ਮੌਤ ਵੱਲ ਨੂੰ ਜਾਵੇ, ਸਰੀਰ ਫਿਰ ਜਿੱਥੋਂ ਪੈਦਾ ਹੋਇਆ ਸੀ ਉੱਥੇ ਨੂੰ ਜਾਵੇ। ਮਿੱਟੀ ਮਿੱਟੀ ਹੋਣ ਤੋਂ ਪਹਿਲਾਂ ਮਨ ਸੰਸਾਰ ਤੋਂ ਛੁੱਟ ਜਾਵੇ। ਫਿਰ ਵੈਸਾ ਹੀ ਨਿਰਦੋਸ਼, ਨਿਰਵੈਰ, ਨਿਰਵਿਕਾਰ ਚਿੱਤ, ਸ਼ਾਂਤ, ਸ਼ੁੱਧ, ਵੈਸਾ ਹੀ ਫਿਰ ਹੋ ਜਾ ਜੈਸਾ ਪੈਦਾ ਹੋਇਆ ਸੀ। ਤੇ ਯਾਤਰਾ ਪੂਰੀ ਹੋ ਗਈ ਨਾ। ਉਹਦਾ ਗਿਆਨ ਤੇ ਹੈ ਪਰ ਭੁੱਲ ਗਿਆ। ਭੁੱਲਿਆ ਕਿਵੇਂ? ਸੰਸਾਰ ਦੀਆਂ ਵਿਚਾਰਾਂ ਕਰਕੇ। ਸੰਸਾਰ ਬਾਰੇ ਸੋਚ ਸੋਚ ਕੇ ਬਹੁਤ ਸਾਰੇ ਵਿਚਾਰ ਉੱਪਰ ਆ ਗਏ ਹਨ। ਉਹ ਜਿਹੜੀ ਯਾਦ ਹੈ ਨਾ, ਉਹ ਗਹਿਰੇ ਬੈਠੀ ਰਹਿ ਗਈ ਥੱਲੇ। ਹੈ ਤੇ ਹੈ ਪਰ ਬਹੁਤ ਗਹਿਰੇ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਨਾ ਵੀ ਪਹਿਲਾਂ ਇਹ ਸਾਰੇ ਵਿਚਾਰ ਬਾਹਰ ਨਿਕਲ ਜਾਣ। ਇਹਨੂੰ ਕਿਹਾ ਨਾ, ਗਿਆਨੇ ਕੀ ਵੱਢਣੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬੁਹਾਰੇ। ਕਹਿੰਦੇ ਗਿਆਨ ਰੂਪੀ ਝਾੜੂ ਲੈ ਕੇ ਰੋਜ਼ ਦੀ ਸਫਾਈ ਕਰੇ। ਜਿਵੇਂ ਘਰ ਦੀ ਸਫਾਈ ਕਰਦੇ ਜਿਵੇਂ ਅੰਦਰ ਸਿਮਰਨ, ਸਾਧਨਾ, ਚਿੰਤਨ, ਅਭਿਆਸ, ਉਹਦਾ ਭਾਵ ਹੋਈ ਅੰਦਰੋਂ ਵਿਚਾਰਾਂ ਨੂੰ ਕੱਢਣਾ ਹੈ ਬਾਹਰ। ਕੱਢਦੇ ਜਾਣਾ, ਕੱਢਦੇ ਜਾਣਾ, ਕੱਢਦੇ। ਅਤੇ ਜਦੋਂ ਪੂਰੀ ਉੱਪਰਲੀ ਸਫਾਈ ਹੋ ਗਈ ਅਤੇ ਗਹਿਰਾਈ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਹੈ ਵੀ ਉਹਦੀ ਯਾਦ 'ਤੇ ਹੈ। ਜਿਵੇਂ ਕਿਸੇ ਦਾ ਨਾਂ ਨਹੀਂ ਚੇਤੇ ਆਉਂਦਾ, ਗਹਿਰਾਈ 'ਚ ਹੁੰਦਾ, ਅਤੇ ਸਹਿਜ ਸੁਭਾਏ ਆਉਂਦਾ ਹੈ ਕਈ ਵਾਰ ਇੱਦਾਂ। ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ। ਉਹ ਜਦੋਂ ਤੁਸੀਂ ਗਹਿਰਾਈ ਦੇ ਵਿੱਚ ਪਹੁੰਚ ਜਾਂਦੇ ਹੋ ਨਾ, ਫਿਰ ਸਹਿਜ ਸੁਭਾਏ ਹੀ ਤੁਹਾਨੂੰ ਧੀਰੇ 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 ਉਹਦੀ ਯਾਦ ਆਉਣ ਲੱਗ ਜਾਂਦੀ ਹੈ, ਉਹਦਾ ਚੇਤਾ ਆਉਣ ਲੱਗ ਜਾਂਦਾ, ਉਹਦਾ ਖਿਆਲ ਆਉਣ ਲੱਗ ਜਾਂਦਾ। ਫਿਰ ਜਦੋਂ ਤੁਸੀਂ ਉਸ ਦਰਵਾਜ਼ੇ 'ਤੇ ਪਹੁੰਚਦੇ ਹੋ ਤਾਂ ਪਤਾ ਲੱਗ ਜਾਂਦਾ ਇਹ ਆਪਣਾ ਹੀ ਘਰ ਹੈ। ਸਦਾ ਵਾਸਤੇ ਹੀ ਆਪਣਾ ਹੈ, ਆਪਣਾ ਸੀ, ਆਪਣਾ ਹੀ ਹੈ, ਆਪਣਾ ਹੀ ਰਹੇਗਾ। ਉਸ ਘਰ 'ਚ ਤੁਸੀਂ ਦਾਖਲ ਹੋ ਜਾਂਦੇ ਹੋ।